ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਹੀ ਸਾਗੂ ਐਜੂਕੇਸ਼ਨ ਦੇ ਵਿੱਚ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡਾ ਪ੍ਰਸ਼ਨ ਨੰਬਰ ਹੈ ਜੀ 2208। ਕੱਕਾ ਰੇਤਾ ਨਾਵਲ ਕਿਸ ਦੀ ਰਚਨਾ ਹੈ? ਕੱਕਾ ਰੇਤਾ ਨਾਵਲ ਹੈ ਬਲਵੰਤ ਗਾਰਗੀ ਦੀ ਰਚਨਾ। ਬਲਵੰਤ ਗਾਰਗੀ ਦਾ ਇੱਕੋ ਇੱਕ ਨਾਵਲ ਮਿਲਦਾ ਕੱਕਾ ਰੇਤਾ। ਅਗਲਾ ਪ੍ਰਸ਼ਨ ਦੇਖੋ, ਸ਼੍ਰੀਮਤੀ ਨੋਰਾ ਰਿਚਰਡ ਨੂੰ ਨਾਟਕ ਦੀ ਨੱਕੜ ਦਾਦੀ ਕਿਸ ਨੇ ਕਿਹਾ? ਇਹ ਬਲਵੰਤ ਗਾਰਗੀ ਨੇ ਕਿਹਾ। ਆਪਣੇ ਜੋ ਰੇਖਾ ਚਿੱਤਰ ਲਿਖੇ ਉਹਨਾਂ ਦੇ ਵਿੱਚ ਕਿਹਾ ਨੋਰਾ ਰਿਚਰਡ ਨੂੰ ਨਾਟਕ ਦੀ ਨੱਕੜ ਦਾਦੀ। ਤੁਸੀਂ ਜਾਣਦੇ ਹੋ ਕਿ ਬਲਵੰਤ ਗਾਰਗੀ ਨੇ ਹੀ ਪਹਿਲ ਕੀਤੀ ਆ ਪੰਜਾਬੀ ਦੇ ਵਿੱਚ ਜੋ ਰੇਖਾ ਚਿੱਤਰ ਸਾਹਿਤ ਲਿਖਿਆ ਸਭ ਤੋਂ ਪਹਿਲੀ ਵਾਰ। ਇਹਨਾਂ ਦਾ ਜੋ ਪਹਿਲਾ ਰੇਖਾ ਚਿੱਤਰ ਸੀ ਨਿੰਮ ਦੇ ਪੱਤੇ, ਉਹ ਪੁੱਛਿਆ ਜਾ ਸਕਦਾ। ਅਗਲਾ ਪ੍ਰਸ਼ਨ ਦੇਖੋ, ਯਾਤਰਾ ਡਾਕੂਮੈਂਟਰੀ ਫਿਲਮ ਬਣਾਈ ਬਲਵੰਤ ਗਾਰਗੀ ਨੇ ਬਣਾਈ। ਸਭ ਤੋਂ ਪਹਿਲਾਂ ਤਾਂ ਇਹੀ ਧਿਆਨ ਵਿੱਚ ਰੱਖੋ, ਯਾਤਰਾ ਡਾਕੂਮੈਂਟਰੀ ਫਿਲਮ ਨੂੰ ਕਿਹੜਾ ਅਵਾਰਡ ਮਿਲਿਆ ਸੀ? ਇਹ 1976 ਦੇ ਵਿੱਚ ਬਣਾਈ ਸੀ। ਇਸ ਨੂੰ ਮਿਲਿਆ ਸੀ ਅੰਤਰਰਾਸ਼ਟਰੀ ਏਸ਼ੀਅਨ ਫਿਲਮ ਫੈਸਟੀਵਲ ਅਵਾਰਡ। ਅੱਗੇ ਹੈ, ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਕਿਹੜੇ ਲੋਕ ਪ੍ਰੇਮੀ ਜੋੜੇ ਦਾ ਜ਼ਿਕਰ ਹੈ? ਹੀਰ ਰਾਂਝੇ ਦਾ ਜਿਹੜਾ ਜ਼ਿਕਰ ਮਿਲਦਾ ਭਾਈ ਗੁਰਦਾਸ ਦੀਆਂ ਵਾਰਾਂ ਦੇ ਵਿੱਚ। ਅੱਗੇ ਹੈ, ਗੁਰਦਿਆਲ ਕਿਸ ਪੀੜ੍ਹੀ ਦਾ ਨਾਵਲਕਾਰ ਹੈ? ਗੁਰਦਿਆਲ ਰਾਹੀ ਤੀਜੀ ਪੀੜ੍ਹੀ ਦਾ ਜੋ ਨਾਵਲਕਾਰ ਹੈ। ਪੰਜਾਬੀ ਵਿੱਚ ਨਿਰੋਲ ਆਂਚਲਿਕ ਨਾਵਲ ਕਿਸ ਦੀ ਦੇਣ ਹੈ? ਗੁਰਦਿਆਲ ਦੀ ਦੇਣ ਹੈ। ਠੀਕ ਹੈ, ਨਿਰੋਲ ਆਂਚਲਿਕਤਾ ਵਾਲੇ ਜਿਹੜੇ ਨਾਵਲ, ਇਸ ਤੋਂ ਬਿਨਾਂ ਹੋਰ ਲੇਖਾਂ ਦੇ ਵਿੱਚ ਵੀ ਇਸ ਚੀਜ਼ ਦਾ ਅੰਸ਼ ਮਿਲਦਾ, ਪਰ ਠੀਕ ਹੈ ਨਿਰੋਲ ਆਂਚਲਿਕਤਾ ਵਾਲੇ ਜਿਹੜੇ ਨਾਵਲ ਹੈ ਇਹ ਦੇਣ ਹੈ ਗੁਰਦਿਆਲ ਸਿੰਘ ਦੀ। ਗੁਰਦਿਆਲ ਦੇ ਨਾਵਲਾਂ ਦੀ ਵੱਖਰੀ ਦੇਣ ਹੈ। ਗੁਰਦਿਆਲ ਦੇ ਨਾਵਲਾਂ ਦੀ ਇੱਕ ਹੋਰ ਵੀ ਦੇਣ ਹੈ ਕਿ ਇਸ ਦੇ ਵਿੱਚ ਜਿਹੜੇ ਪਾਤਰ ਹੈ ਉਹ ਕੋਈ ਨਾਇਕ, ਅਮੀਰ, ਯੋਧੇ, ਬਹਾਦਰ ਲੋਕ ਨਹੀਂ, ਠੀਕ ਹੈ, ਸਗੋਂ ਆਮ ਸਧਾਰਨ ਮਿੱਧੇ ਹੋਏ ਲੋਕ ਆ ਜਿਹੜੇ ਉਹਨਾਂ ਨੂੰ ਨਾਇਕ ਦੇ ਰੂਪ ਦੇ ਵਿੱਚ ਪੇਸ਼ ਕਰਦਾ, ਗਰੀਬ ਲੋਕਾਂ ਨੂੰ ਕਰਦਾ। ਪੰਜਾਬੀ ਦੇ ਵਿੱਚ ਰੇਖਾ ਚਿੱਤਰ ਰਚਨਾ ਦਾ ਮੁੱਢ ਬੰਨਿਆ ਬਲਵੰਤ ਗਾਰਗੀ। ਨਿੰਮ ਦੇ ਪੱਤੇ ਆਪਾਂ ਯਾਦ ਕੀਤਾ। ਬਲਵੰਤ ਗਾਰਗੀ ਦਾ ਪਹਿਲਾ ਰੇਖਾ ਚਿੱਤਰ ਨਿੰਮ ਦੇ ਪੱਤੇ। ਨੋਟ ਚਲੋ, ਇਹ ਬਲਵੰਤ ਗਾਰਗੀ ਦੇ ਨਾਲ ਸੰਬੰਧਿਤ ਵੀਡੀਓ ਦੇ ਵਿੱਚ ਆਪਾਂ ਚਰਚਾ ਕਰਾਂਗੇ। ਅੱਗੇ ਹੈ, ਪਤਾਲ ਦੀ ਧਰਤੀ ਸਫ਼ਰਨਾਮਾ ਕਿਸ ਦੇਸ਼ ਦੇ ਨਾਲ ਸੰਬੰਧਿਤ ਹੈ? ਅਮਰੀਕਾ ਦੇ ਨਾਲ ਸੰਬੰਧਿਤ ਹੈ। ਅਮਰੀਕਾ ਦੇ ਵਿੱਚ ਬਲਵੰਤ ਗਾਰਗੀ ਰਿਹਾ। ਠੀਕ ਹੈ, ਵਿਆਹ ਤੋਂ ਬਾਅਦ ਫਿਰ ਜੀਨੀ ਦੇ ਨਾਲ ਵਾਪਸ ਆ ਗਿਆ ਸੀ ਉਸ ਦੇ ਕਹਿਣ ਦੇ ਉੱਪਰ। ਪਤਾਲ ਦੀ ਧਰਤੀ, ਠੀਕ ਹੈ, ਅਮਰੀਕਾ ਤੋਂ ਆ ਕੇ ਲਿਖਿਆ ਬਲਵੰਤ ਗਾਰਗੀ ਨੇ ਸਫ਼ਰਨਾਮਾ। ਨਿਰਭਉ ਨਿਰਵੈਰ ਸਫ਼ਰਨਾਮਾ ਕਿਸ ਦੀ ਰਚਨਾ ਹੈ? ਡਾਕਟਰ ਹਰਭਜਨ ਸਿੰਘ ਦੀ ਰਚਨਾ ਨਿਰਭਉ ਨਿਰਵੈਰ। ਪੁਆਧੀ ਬੋਲਦੇ ਇਲਾਕੇ ਹਨ। ਪੁਆਧੀ ਦਾ ਹੀ ਪ੍ਰਸ਼ਨ ਜ਼ਿਆਦਾ ਪੁੱਛਿਆ ਜਾਂਦਾ। ਰੋਪੜ ਜ਼ਿਲ੍ਹਾ ਲਗਭਗ ਸਾਰਾ ਹੀ ਪੁਆਧੀ ਬੋਲਦਾ। ਮਲੇਰਕੋਟਲੇ ਦੇ ਨਾਲ ਲੱਗਦੇ ਜਿਹੜੇ ਇਲਾਕੇ ਆ ਉੱਥੇ ਪੁਆਧੀ ਬੋਲੀ ਜਾਂਦੀ ਆ। ਪਟਿਆਲੇ ਦਾ ਪੂਰਬੀ ਭਾਗ ਆ ਜੋ ਪੁਆਧੀ ਬੋਲਦਾ, ਅਤੇ ਲੁਧਿਆਣੇ ਦਾ ਇੱਕ ਜਿਹੜਾ ਕੋਨਾ ਗੱਠ ਆ ਜਿਹੜੀ ਉਹ ਵੀ ਪੁਆਧੀ ਬੋਲਦੀ ਆ। ਲੁਧਿਆਣੇ ਦਾ ਵੀ ਕੁਝ ਕੁ ਹਿੱਸਾ ਜਿਹੜਾ ਪੁਆਧੀ ਬੋਲਦਾ। ਅੱਗੇ ਹੈ, ਸਵੈ ਜੀਵਨੀ ਦਾ ਮੁੱਖ ਤੱਤ ਹੁੰਦਾ ਸੱਚ ਹੁੰਦਾ। ਨੰਗਾ ਸੱਚ ਵੀ ਲਿਖਿਆ ਮਿਲਦਾ। ਠੀਕ ਹੈ, ਸਵੈ ਜੀਵਨੀ ਦਾ ਇਹ ਤੱਤ ਹੈ। ਨੰਗੀ ਧੁੱਪ ਨੂੰ ਕਿਹਾ ਜਾ ਸਕਦਾ ਹੈ, ਇਸ ਨੂੰ ਸਵੈ ਜੀਵਨੀ ਨਾਵਲ ਕਿਹਾ ਜਾਂਦਾ। ਆਪਾਂ ਕਿਤਾਬਾਂ ਵੀ ਦੇਖਦੇ ਹਾਂ, ਠੀਕ ਹੈ, ਬਲਵੰਤ ਗਾਰਗੀ ਜਿਹਦੇ ਅੱਗੇ ਲਿਖਿਆ ਹੁੰਦਾ ਕਿ ਲੇਖਕ ਦੀਆਂ ਹੋਰ ਕਿਤਾਬਾਂ, ਉਸ ਦੇ ਵਿੱਚ ਵੀ ਲਿਖਿਆ ਮਿਲਦਾ ਸਵੈ ਜੀਵਨੀ ਨਾਵਲ। ਅਸਲ ਦੇ ਵਿੱਚ ਬਲਵੰਤ ਗਾਰਗੀ ਨਾਵਲ ਆ ਜੋ ਆਪਣੀ ਸਵੈ ਜੀਵਨੀ ਆ ਉਸ ਨੂੰ ਨਾਵਲ ਬਣਾ ਕੇ ਪੇਸ਼ ਕਰ ਦਿੰਦਾ, ਅਤੇ ਠੀਕ ਹੈ ਜੋ ਨਾਵਲ ਆ ਉਸ ਨੂੰ ਸਵੈ ਜੀਵਨੀ ਦੀ ਤਰ੍ਹਾਂ ਪੇਸ਼ ਕਰ ਦਿੰਦਾ। ਕੱਕਾ ਰੇਤਾ ਦੇਖੀਏ ਤਾਂ ਉਹ ਇੱਕ ਨਾਵਲ ਆ, ਪਰ ਉਸ ਦੇ ਵਿੱਚ ਇਸ ਦੇ ਬਚਪਨ ਦੀ ਸਵੈ ਜੀਵਨੀ ਦੇ ਜਿਹੜੇ ਅੰਸ਼ ਮਿਲਦੇ ਆ। ਪਰ ਪ੍ਰਿੰਸੀਪਲ ਤੇਜਾ ਸਿੰਘ ਨੇ ਅੱਗੇ ਲਿਖਿਆ ਹੋਇਆ ਕਿ ਇਸ ਦੇ ਵਿੱਚ ਜੋ ਕਲਪਨਾ ਦਾ ਰੰਗਤ ਜਿਹੜੀ ਭਰੀ ਹੋਈ ਹੈ, ਅਤੇ ਇਸ ਕਰਕੇ ਉਹ ਨਾਵਲ ਹੋ ਜਾਂਦਾ। ਨੰਗੀ ਧੁੱਪ ਆ ਜਿਹੜੀ, ਇਸ ਦੇ ਵਿੱਚ ਘਟਨਾਵਾਂ ਮਿਲਦੀਆਂ ਜੋ ਸਵੈ ਜੀਵਨੀ ਦੀ ਤਰ੍ਹਾਂ ਨਹੀਂ, ਇਸ ਕਰਕੇ ਇਹ ਬਣ ਜਾਂਦਾ ਸਵੈ ਜੀਵਨੀ ਨਾਵਲ। ਹੋਰ ਵੀ ਜਿਹੜੇ ਨਾਮ ਸਵੈ ਜੀਵਨੀਆਂ ਦੇ ਤੁਹਾਨੂੰ ਯਾਦ ਰੱਖਣੇ ਪੈਣੇ ਆ। ਨੰਗੀ ਧੁੱਪ ਹੀ ਮਿਲਦਾ ਕਿਤਾਬਾਂ ਦੇ ਵਿੱਚ, ਪਰ ਕਾਸ਼ਨੀ ਵਿਹੜਾ ਵੀ ਇਸ ਦੀ ਜਿਹੜੀ ਇਸ ਤਰ੍ਹਾਂ ਦਾ ਹੀ ਸਵੈ ਜੀਵਨੀ ਨਾਵਲ ਆ, ਉਹ ਵੀ ਇਸ ਤੋਂ ਬਾਅਦ ਦੀ ਜਿਹੜੀ ਸਵੈ ਜੀਵਨੀ ਅੰਗਰੇਜ਼ੀ ਦੇ ਵਿੱਚ ਆ ਕਿਤਾਬਾਂ, ਠੀਕ ਹੈ, ਸਵੈ ਜੀਵਨੀ ਵਾਲੀਆਂ ਉਹਨਾਂ ਨੂੰ ਅੰਗਰੇਜ਼ੀ ਦੇ ਵਿੱਚ ਕਿਤਾਬਾਂ ਹੀ ਲਿਖਿਆ ਮਿਲਦਾ। ਸਵੈ ਜੀਵਨੀ ਦੇ ਅੰਸ਼ ਆ ਇਸ ਦੀ ਜ਼ਿੰਦਗੀ ਦੀਆਂ ਘਟਨਾਵਾਂ ਉਹਨਾਂ ਦੇ ਵਿੱਚ, ਜਿਵੇਂ ਨੇਕਡ ਟਰਾਈਐਂਗਲ ਅਤੇ ਪਰਪਲ ਮੂਨ ਲਾਈਟ। ਠੀਕ ਹੈ, ਅਤੇ ਪੰਜਾਬੀ ਦੇ ਵਿੱਚ ਆ ਜਾਂਦੀਆਂ ਨੰਗੀ ਧੁੱਪ ਅਤੇ ਕਾਸ਼ਨੀ ਵਿਹੜਾ। ਠੀਕ ਹੈ, ਇਸ ਦੇ ਵਿੱਚ ਕੀ ਆ ਘਟਨਾਵਾਂ। ਇਸ ਦੇ ਵਿੱਚ ਆਪਾਂ ਜਿਹੜੀ ਚਰਚਾ ਕਰਨੀ ਹੈ ਬਲਵੰਤ ਗਾਰਗੀ ਦੇ ਨਾਲ ਜੋ ਸੰਬੰਧਿਤ ਵੀਡੀਓ, ਉਸ ਦੇ ਵਿੱਚ ਹੋਰ ਆਪਾਂ ਚਰਚਾ ਕਰਾਂਗੇ ਅੱਗੇ। ਸਾਡਾ ਅਗਲਾ ਪ੍ਰਸ਼ਨ ਹੈ, ਸ਼ਲੋਕ ਕਿਸ ਭਾਸ਼ਾ ਦਾ ਸ਼ਬਦ ਹੈ? ਸ਼ਲੋਕ ਸ਼ਬਦ ਆ ਜਿਹੜਾ ਇਹ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਸ਼ਲੋਕ। ਕਿੱਸਾ ਕਿਸ ਭਾਸ਼ਾ ਨਾਲ ਸੰਬੰਧਿਤ ਹੈ? ਕਿੱਸਾ ਅਰਬੀ ਭਾਸ਼ਾ ਦਾ ਸ਼ਬਦ ਹੈ। ਪੰਜਾਬੀ ਵਿੱਚ ਕਿੱਸਾ ਕਿਸ ਭਾਸ਼ਾ ਤੋਂ ਆਇਆ? ਇਹ ਫਾਰਸੀ ਤੋਂ ਆਇਆ। ਸ਼ਬਦ ਜਿਹੜਾ ਕਿੱਸਾ ਹੈ ਅਰਬੀ ਭਾਸ਼ਾ ਦਾ ਹੀ, ਅਰਬੀ ਦੇ ਵਿੱਚ ਹੀ ਪੈਦਾ ਹੋਇਆ। ਪੰਜਾਬੀ ਦੇ ਵਿੱਚ ਇਹ ਅਰਬੀ ਤੋਂ ਫਾਰਸੀ ਦੇ ਵਿੱਚ ਆਇਆ, ਅਤੇ ਫਾਰਸੀ ਤੋਂ ਅੱਗੇ ਪੰਜਾਬੀ ਦੇ ਵਿੱਚ ਆਇਆ। 12 ਮਾਹ ਦੇ ਵਿੱਚ ਕਿੰਨੇ ਮਹੀਨਿਆਂ ਦਾ ਆਧਾਰ ਬਣਾ ਕੇ ਰਚਨਾ ਹੁੰਦੀ ਹੈ? ਜੋ 12 ਮਾਹ, ਇਸ ਦੇ ਵਿੱਚ 12 ਮਹੀਨਿਆਂ ਨੂੰ ਆਧਾਰ ਬਣਾ ਕੇ ਜਿਹੜੀ ਰਚਨਾ ਕੀਤੀ ਜਾਂਦੀ ਹੈ, ਚੇਤ ਤੋਂ ਲੈ ਕੇ ਫੱਗਣ ਤੱਕ।
ਅੱਗੇ ਹੈ ਖੱਟ ਰਿਤੂ। ਜੋ ਪ੍ਰਸ਼ਨ ਪੁੱਛਿਆ ਜਾਂਦਾ, ਖੱਟ ਰਿਤੂ ਦੇ ਵਿੱਚ ਹੁੰਦਾ ਰੁੱਤਾਂ ਦਾ ਵਰਣਨ ਤੇ ਰੁੱਤਾਂ 6 ਰੁੱਤਾਂ, ਠੀਕ ਹੈ, 6 ਰੁੱਤਾਂ ਦਾ ਵਰਣਨ ਮਿਲਦਾ ਖੱਟ ਰਿਤੂ ਦੇ ਵਿੱਚ। 12ਵਾਂ ਪੰਜਾਬੀ ਵਿੱਚ ਹੈ। 12ਵਾਂ ਪੰਜਾਬੀ ਦੇ ਵਿੱਚ ਵਿਸ਼ੇਸ਼ ਮੌਲਿਕ ਕਾਵ ਹੈ, ਠੀਕ ਹੈ, ਵਿਸ਼ੇਸ਼ ਮੌਲਿਕ ਕਾਵ ਹੈ 12ਵਾਂ ਪੰਜਾਬੀ ਦਾ। ਕਾਫੀ ਨੂੰ ਹੋਰ ਕਿਹੜੇ ਨਾਮ ਦੇ ਨਾਲ ਜਾਣਿਆ ਜਾਂਦਾ ਜਾਂ ਹੋਰ ਕਿਹੜਾ ਨਾਮ ਇਸ ਨੂੰ ਦਿੱਤਾ ਗਿਆ? ਕਾਫੀ ਨੂੰ ਰਾਗਣੀ ਮਿਲਦਾ। ਬਾਕੀ ਸਾਹਿਤ ਦੇ ਵਿੱਚ, ਹਿੰਦੀ ਦੇ ਵਿੱਚ ਵੀ ਰਾਗਣੀ ਹੀ ਮੰਨਿਆ ਜਾਂਦਾ ਇਸ ਨੂੰ। ਕਾਫੀ ਦਾ ਸੰਬੰਧ ਹੈ ਸੂਫੀ ਕਾਵ ਦੇ ਨਾਲ, ਸੂਫੀ ਫਕੀਰਾਂ ਦੇ ਨਾਲ ਸੰਬੰਧਿਤ ਹੈ ਕਾਫੀ ਦਾ ਸੰਬੰਧ, ਮਤਲਬ ਰਾਗਣੀ ਦਾ ਸੰਬੰਧ। ਅੱਗੇ ਹੈ ਜੰਗਨਾਮਾ ਕਿਸ ਭਾਸ਼ਾ ਦਾ ਕਾਵਿ ਰੂਪ ਹੈ? ਜੰਗਨਾਮਾ ਹੈ ਫਾਰਸੀ ਦਾ। ਇਹ ਯਾਦ ਰੱਖਣਾ, ਇਹ ਉਲਝਾਵੇਗਾ। ਜੰਗਨਾਮਾ ਹੈ ਫਾਰਸੀ ਦਾ ਕਾਵਿ ਰੂਪ। ਅਗਲਾ ਪ੍ਰਸ਼ਨ ਦੇਖੋ, ਰੁਬਾਈ ਕਿਸ ਭਾਸ਼ਾ ਦਾ ਸ਼ਬਦ ਹੈ? ਰੁਬਾਈ ਹੈ ਅਰਬੀ ਭਾਸ਼ਾ ਦਾ ਸ਼ਬਦ, ਜਿਸ ਨੂੰ ਤਰਾਨਾ ਵੀ ਕਿਹਾ ਜਾਂਦਾ। ਫਾਰਸੀ ਦੇ ਵਿੱਚ ਇਸ ਨੂੰ 2 ਬੈਂਤੀ ਕਿਹਾ ਜਾਂਦਾ, ਠੀਕ ਹੈ। ਰੁਬਾਈ ਅਰਬੀ ਦਾ ਸ਼ਬਦ ਹੈ ਜਿਸ ਨੂੰ ਤਰਾਨਾ ਵੀ ਕਿਹਾ ਜਾਂਦਾ ਤੇ ਫਾਰਸੀ ਦੇ ਵਿੱਚ 2 ਬੈਂਤੀ ਕਿਹਾ ਜਾਂਦਾ। ਨਾਵਲ ਪੰਜਾਬੀ ਵਿੱਚ ਕਿਸ ਭਾਸ਼ਾ ਤੋਂ ਆਇਆ? ਇਹ ਅੰਗਰੇਜ਼ੀ ਤੋਂ ਆਇਆ ਪੰਜਾਬੀ ਦੇ ਵਿੱਚ। ਤੇ ਨਾਟਕ ਸੰਸਕ੍ਰਿਤ ਦੇ ਕਿਸ ਧਾਤੂ ਤੋਂ ਬਣਿਆ ਹੈ? ਇਹ ਨਾਟ ਧਾਤੂ ਤੋਂ ਬਣਿਆ। ਇਕਾਂਗੀ ਵਿੱਚ ਕਿੰਨੇ ਅੰਗ ਹੁੰਦੇ ਹਨ? ਇੱਕ ਅੰਗ ਹੁੰਦਾ ਇਕਾਂਗੀ ਦੇ ਵਿੱਚ। ਅੱਗੇ ਹੈ ਨਿਬੰਧ ਕਿਸ ਭਾਸ਼ਾ ਦਾ ਸ਼ਬਦ ਹੈ? ਜੋ ਨਿਬੰਧ ਹੈ ਇਹ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ। ਦੇਖੋ, ਲੇਖ ਦੇ ਲਈ ਐਸੇ ਨਹੀਂ ਹੁੰਦਾ, ਨਿਬੰਧ ਦੇ ਲਈ ਐਸੇ ਹੁੰਦਾ ਹੈ, ਧਿਆਨ ਵਿੱਚ ਰੱਖਣਾ, ਇਹ ਜ਼ਿਆਦਾ ਜ਼ਰੂਰੀ ਯਾਦ ਰੱਖਣਾ। ਐਸੇ ਦੇ ਲਈ ਪੰਜਾਬੀ ਦੇ ਵਿੱਚ ਕਿਹੜਾ ਸ਼ਬਦ ਹੈ? ਨਿਬੰਧ। ਅਗਲਾ ਪ੍ਰਸ਼ਨ ਦੇਖੋ, ਸਫ਼ਰਨਾਮਾ ਕਿਸ ਭਾਸ਼ਾ ਦਾ ਸ਼ਬਦ ਹੈ? ਦੇਖੋ, ਇਸ ਦੇ ਵਿੱਚ 2 ਸ਼ਬਦ ਹੈ, ਸਫ਼ਰ ਜੋ ਅਰਬੀ ਭਾਸ਼ਾ ਦਾ ਸ਼ਬਦ ਹੈ ਤੇ ਨਾਮਾ ਫਾਰਸੀ ਭਾਸ਼ਾ ਦਾ ਸ਼ਬਦ ਹੈ। ਇਸ ਕਰਕੇ ਇਹ ਦੋਨਾਂ ਹੀ ਭਾਸ਼ਾਵਾਂ ਦਾ ਸ਼ਬਦ ਬਣ ਜਾਂਦਾ। ਸਫ਼ਰਨਾਮਾ ਅਰਬੀ ਫਾਰਸੀ ਦਾ। ਹੁਣ ਦੇਖੋ, ਆਪਾਂ ਜੰਗਨਾਮਾ ਕੀਤਾ ਸੀ ਫਾਰਸੀ ਭਾਸ਼ਾ ਦਾ ਸ਼ਬਦ, ਜੰਗ ਸ਼ਬਦ ਵੀ ਫਾਰਸੀ ਦਾ ਤੇ ਨਾਮਾ ਆਪਾਂ ਇੱਥੇ ਵੀ ਫਾਰਸੀ ਕੀਤਾ ਤੇ ਇੱਧਰ ਵੀ ਜਿਹੜਾ ਨਾਮਾ ਫਾਰਸੀ ਦਾ ਹੀ ਸ਼ਬਦ ਹੈ। ਜੰਗਨਾਮਾ ਫਾਰਸੀ ਦਾ ਹੀ ਸ਼ਬਦ ਬਣ ਜਾਂਦਾ। ਪਰ ਜਿਹੜਾ ਸਫ਼ਰ ਸ਼ਬਦ ਹੈ ਇਹ ਅਰਬੀ ਦਾ ਸ਼ਬਦ ਹੈ, ਇਸ ਕਰਕੇ ਸਫ਼ਰਨਾਮਾ ਹੋ ਗਿਆ ਅਰਬੀ ਫਾਰਸੀ ਦਾ ਸ਼ਬਦ। ਠੀਕ ਹੈ ਜੀ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।